ਰਾਂਝੇ ਤੋਂ ਜ਼ਿਆਦਾ ਕਿਸੇ ਮਜਨੂ ਤੋਂ ਘੱਟ ਨਾ ਕੀਤੀ ਹੋਣੀ ਕਿਸੇ ਨੇ ਵੀ ਇਹੋ ਜਿਹੀ ਹੱਦ ਨਾ। ਚੰਨ ਤਾਰੇ ਤੇਥੋਂ ਹੈ ਨੀ ਵਾਰ ਦਿਆਂਗੇ ਇੰਨਾ ਬਿੱਲੋ ਨੀ ਤੈਨੂੰ। ਅਮਨਦੀਪ ਪਾਪਾ ਤੁਸੀਂ ਇਹ ਕੀ ਕੰਜਰਖਾਨਾ ਲਾਇਆ ਹੋਇਆ? ਇਹ ਕੋਈ ਕੰਮਾਂ ਚੋਂ ਕੰਮ ਹੈ ਜਿਹੜਾ ਤੂੰ ਕਰਦਾ ਫਿਰਦਾ? ਤੈਨੂੰ ਪਿਓ ਦਾਦੇ ਦੀ ਇੱਜ਼ਤ ਦਾ ਕੋਈ ਖਿਆਲ ਨਹੀਂ? ਜੇ ਪਿੰਡ ਵਾਲਿਆਂ ਨੂੰ ਪਤਾ ਲੱਗਿਆ ਕਿ ਸਰਦਾਰ ਰਣਵੀਰ ਸਿੰਘ ਦਾ ਮੁੰਡਾ ਇੱਕ ਗਾਉਣ ਵਾਲਾ ਬਣਨ ਨੂੰ ਫਿਰਦਾ ਤੇ ਫਿਰ ਮੇਰੀ ਕੀ ਇੱਜ਼ਤ ਰਹਿ ਜਾਊਗੀ? ਸੌਰੀ ਪਾਪਾ। ਅੱਗੇ ਤੋਂ ਇਹ ਗਲਤੀ ਨਹੀਂ ਹੋਣੀ ਚਾਹੀਦੀ। ਮੈਨੂੰ ਇਹ ਸਭ ਕੁਝ ਆਪਣੇ ਘਰ ਵਿੱਚ ਬਰਦਾਸ਼ਤ ਨਹੀਂ ਹੈ। ਕੀ ਗੱਲ ਪੁੱਤਰਾ, ਤੈਨੂੰ ਅੱਜ ਸਾਡੇ ਆਉਣ ਦਾ ਪਤਾ ਹੀ ਨਹੀਂ ਲੱਗਾ? ਅੱਗੇ ਤਾਂ ਤੂੰ ਸਾਡੇ ਆਉਣ ਤੋਂ ਪਹਿਲਾਂ ਹੀ ਆਪਣਾ ਰਿਆਜ਼ ਪੂਰਾ ਕਰ ਲੈਣਾ। ਮੰਮੀ ਤੁਸੀਂ ਅੱਜ ਜਲਦੀ ਨਹੀਂ ਆ ਗਏ ਗੁਰਦੁਆਰਾ ਸਾਹਿਬ ਤੋਂ? ਅੱਗੇ ਤਾਂ ਤੁਸੀਂ 7 ਵਜੇ ਆਉਂਦੇ ਹੋ, ਅੱਜ 6 ਵਜੇ ਆ ਗਏ। ਚੱਲ ਛੱਡ, ਪਾਣੀ ਤੋਂ ਤਿਲਕੇ ਦਾ ਤੇ ਪਿਓ ਦੇ ਝਿੜਕੇ ਦਾ ਗੁੱਸਾ ਨਹੀਂ ਕਰੀਦਾ ਹੁੰਦਾ। ਚਲ ਆਜਾ ਨਾਸ਼ਤਾ ਕਰੀਏ। ਨਹੀਂ ਮੰਮੀ ਤੁਸੀਂ ਚਲੋ, ਮੈਂ ਆਇਆ। ਗੁਰਦੀਪ, ਤੂੰ ਹੀ ਮੈਨੂੰ ਅਮਨ ਦੇ ਗਾਉਣ ਬਾਰੇ ਨਹੀਂ ਦੱਸਿਆ। ਤੁਹਾਡੀ ਮਾਂ ਜਿਹੜੀ ਸਾਰੀ ਉਮਰ ਮੇਰੀ ਦੁੱਖ ਸੁੱਖ ਦੀ ਸਾਥਣ ਰਹੀ ਹੈ, ਉਹਨੇ ਵੀ ਮੈਨੂੰ ਅਮਨ ਦੇ ਗਾਉਣ ਬਾਰੇ ਨਹੀਂ ਦੱਸਿਆ। ਔਰ ਸਾਰੇ ਪਰਿਵਾਰ ਨੂੰ ਕੀ ਹੋ ਗਿਆ? ਕਿਸੇ ਨੂੰ ਮੇਰੀ ਇੱਜ਼ਤ ਦਾ ਖਿਆਲ ਵੀ ਹੈ ਕਿ ਨਹੀਂ? ਜੇ ਪਾਪਾ ਦਾ ਗੁੱਸਾ ਇਦਾਂ ਹੀ ਵੱਧਦਾ ਰਿਹਾ ਨਾ, ਕਿਤੇ ਮੇਰਾ ਹਾਰਮੋਨੀਅਮ ਘਰ ਤੋਂ ਬਾਹਰ ਨਾ ਹੋ। ਕੋਈ ਗੱਲ ਨਹੀਂ ਬੇਟਾ, ਮੈਂ ਆਪੇ ਤੇਰੇ ਪਾਪਾ ਨਾਲ ਗੱਲ ਕਰ ਲਾਂਗੀ। ਇਹੀ ਤਾਂ ਮੈਂ ਚਾਹੁੰਦੀ ਆ ਬੱਚੂ, ਪਰ ਕਿਤੇ ਬੀਜੀ ਨਾ ਪੰਗਾ ਪਾ ਦੇ। ਦਾਦੂ ਜੀ, ਤੁਹਾਨੂੰ ਪਤਾ ਹੈ ਗੁੱਸਾ ਸਿਹਤ ਲਈ ਚੰਗਾ ਨਹੀਂ ਹੁੰਦਾ। ਉਹ ਪੁੱਤਰ ਮੈਨੂੰ ਪਤਾ ਹੈ, ਪਰ ਮੈਂ ਕੀ ਕਰਾਂ? ਤੇਰਾ ਪਿਓ ਕੰਮ ਹੀ ਇਹੋ ਜਿਹਾ ਕਰਦਾ। ਦਾਦੂ ਤੁਸੀਂ ਐਂ ਕਰੋ, ਮੈਨੂੰ ਆਈਸਕ੍ਰੀਮ ਖਵਾ ਕੇ ਲਿਆਓ। ਚੰਗਾ ਪੁੱਤ, ਚੱਲਦੇ ਹਾਂ। ਪਾਪਾ ਜੀ ਚਾਹ। ਪਹਿਲਾਂ ਚਾਹ ਪੀ ਲਈਏ, ਫਿਰ ਚੱਲਦੇ ਹਾਂ। ਲੈ ਪੁੱਤਰਾ, ਮੇਰੇ ਵਾਲਾ ਕੰਮ ਤਾਂ ਗੋਲਡੀ ਨਹੀਂ ਕਰਤਾ। ਓ ਮੰਮੀ ਯੂ ਆਰ ਗ੍ਰੇਟ। ਓ ਸ਼ਿਟ, ਮਰ ਜਾਣੇ ਨੇ ਸਾਰਾ ਖੇਲ ਵਿਗਾੜਤਾ। ਅੱਛਾ ਸੁਣਾਈਏ ਫਿਰ ਅੱਜ ਖਰੀਆਂ ਖਰੀਆਂ। ਬਈ ਮੁੰਡਿਓ, ਮੈਂ ਸੁਣਿਆ ਸਰਦਾਰਾਂ ਦੇ ਮੁੰਡੇ ਵੀ ਅੱਜ ਕੱਲ੍ਹ ਗਾਉਣ ਲੱਗ ਪਏ ਨੇ। ਬਾਈ ਜੀ, ਕੁਛ ਸਟੇਜਾਂ ਤੇ ਜਾ ਕੇ ਹੁਣ ਤਾਂ ਆਕੜੇ 500 ਦੇ ਨੋਟ ਫੜਿਆ ਕਰਨਗੇ। ਬਕਵਾਸ ਬੰਦ ਕਰੋ ਕਿ ਕੁੱਤੇ ਵਾਂਗੂ ਭੌਂਕੀ ਜਾਂਦੇ ਹੋ। ਜੇ ਤੁਹਾਡੇ ਪਤੰਦਰਾਂ ਨੂੰ ਪਤਾ ਲੱਗ ਗਿਆ ਨਾ ਤਾਂ ਤੁਹਾਡੀ ਖੈਰ ਨਹੀਂ। ਚੁੱਪ ਕਰ ਓਏ ਸਰਦਾਰਾ, ਜੇ ਉਹ ਦੋ ਨੇ ਤਾਂ ਅਸੀਂ ਕਿਹੜਾ ਘੱਟ ਆਂ। ਉਹਨਾਂ ਨੂੰ ਕਹਿ ਦੀ ਜਿੱਥੇ ਮਰਜ਼ੀ ਮਿਲਣ, ਜਦੋਂ ਮਰਜ਼ੀ ਮਿਲਣ। ਓ ਚੱਲ ਬਾਈ, ਚੱਲ ਗਏ। ਉਹ ਸਾਬਕਾ ਕੀ ਹਾਲ ਚਾਲ ਹੈ? ਬਾਜੀ ਠੀਕਾ ਜੀ। ਲੈ ਬਿਕਰ ਸਿਆ, ਜਿਹੜੇ ਤੌਲੇ ਚਮਕਦੇ ਆ ਨਾ, ਸਾਰੇ ਚੱਕਦੇ। ਤੇ ਲਾ ਕੇ ਧਾਗਾ ਮੈਨੂੰ ਮੁੰਡਾ ਖੁੰਡਾ ਬਣਾ ਦੇ। ਸ਼ਾਇਦ ਨੰਬਰਦਾਰ ਤਰ੍ਹਾਂ ਮੇਰਾ ਵੀ ਤੋਪਾ ਭਰਿਆ ਜਾਵੇ, ਫਸ ਜੇ ਮੱਛੀ।
ਗੱਲ ਸੁਣੋ ਚਤਰਿਆ, ਹਾਂ ਲੰਬਰਦਾਰਾਂ ਦੇ ਨਾਲ ਮੁੰਡੇ ਦਾ ਹੋਗਾ ਜ਼ਮੀਨ ਦੇ ਸਿਰ ਤੇ, ਹਾਂ ਪਰ ਤੇਰਾ ਨਹੀਂ ਹੋਣਾ। ਚੁੱਪ ਕਰ ਓਏ, ਜੇ ਮੂੰਹ ਨਹੀਂ ਚੰਗਾ ਤਾਂ ਕੰਜਰ ਦਿਓ, ਗੱਲ ਤਾਂ ਚੰਗੀ ਕਰ ਲਿਆ ਕਰੋ। ਮੁਰਦਾ ਬੋਲੂ ਖੱਪਣਾ ਪਾੜੂ, ਤੂੰ ਆ ਤੌਲਾ ਕੱਢ ਫਾਜੇ ਮੱਛੀ। ਓਏ ਆ ਲਾਲਾ, ਕਿਵੇਂ ਚਤਰਿਆ? ਠੀਕ ਆ, ਕੀ ਹਾਲ ਚਾਲ ਹੈ ਤੇਰਾ? ਉਹ ਹਾਲ ਤਾਂ ਠੀਕ ਆ, ਹਾਂ। ਚਾਲ ਜਰਾ ਖਰਾਬ ਹੈ। ਕੀ ਗੱਲ ਹੋ ਗਈ? ਉਹ ਰਾਤ ਮੈਂ ਖੰਡ ਦੇ ਭੁਲੇਖੇ ਮਿੱਠੇ ਸੋਡੇ ਦਾ ਫੱਕਾ ਮਾਰ ਲਿਆ। ਬਸ ਉਦੋਂ ਦੀ ਰਾਤ ਦੀ ਫਲੱਸ਼ ਚ ਆਉਣੀ ਜਾਣੀ ਆ। ਹੁਣੇ ਆਇਆ ਡਾਕਟਰ ਕੋਲੋਂ ਦਵਾਈ ਲੈ ਕੇ। ਹੈ ਲਾਲਾ, ਮੈਂ ਸੁਣਿਆ ਜੀਤੇ ਦੇ ਉਹਦੇ ਬੰਦਿਆਂ ਨੇ ਲਾਲੀ ਦੇ ਸਿਰ ਤੋਂ ਚਿੰਨੀ ਲਾਲੀ ਫਸ ਗਈ ਮੱਛੀ। ਉਹ ਚਤਰਿਆ, ਸਿਆਣਿਆਂ ਕਿਹਾ ਜੇ ਆਪਣਾ ਝੱਗਾ ਚੱਕੀ ਤਾਂ ਢਿੱਡ ਆਪਣਾ ਹੀ ਨੰਗਾ ਹੋਣਾ। ਉਹ ਨਾਲੇ ਆਪਾਂ ਉਹਨਾਂ ਲੋਕਾਂ ਦੀ ਬਰਾਬਰੀ ਕਿੱਥੇ ਕਰ ਸਕਦੇ ਆ। ਖੈਰ ਗੱਲ ਤਾਂ ਤੇਰੀ ਠੀਕ ਹੈ, ਜਿੱਦੇ ਜੱਗੇ ਤੇ ਜੀਤੇ ਦਾ ਵਾ ਬਰਾਬਰ ਦੇ ਬੰਦਿਆਂ ਨਾਲ ਪੈ ਗਿਆ ਨਾ, ਉਹਦੇ ਪਤਾ ਲੱਗ ਜੂ। ਚੰਗਾ ਚਤਰਿਆ, ਮੈਂ ਚੱਲਦਾ, ਮੇਰੇ ਢਿੱਡ 'ਚ ਫੇਰ ਦੁਬਾਰਾ ਗੜਬੜੀ ਜੀ ਹੋਣ ਲੱਗਦੀ ਆ। ਆ ਭਾਜਾ ਕਿਤੇ ਇੱਥੇ ਨਾ ਗੋਬਰ ਗੈਸ ਲਾ ਦੀ। ਆ ਕੱਢ ਯਾਰ। ਉਹ ਅਮਨ, ਕੀ ਗੱਲ ਬੜਾ ਚੁੱਪਚਾਪ ਬੈਠਾ ਅੱਜ? ਨਹੀਂ ਯਾਰ, ਅੱਜ ਮੈਨੂੰ ਪਾਪਾ ਨੇ ਰਿਆਜ਼ ਕਰਦੇ ਨੂੰ ਫੜ ਲਿਆ। ਫਿਰ ਕੀ ਹੋਇਆ? ਚੱਲ ਕੋਈ ਗੀਤ ਤੇ ਸੁਣਾ ਦੇ। ਨਹੀਂ ਯਾਰ, ਅੱਜ ਮੇਰਾ ਮਨ ਬੜਾ ਉਦਾਸ ਹੈ। ਉਹ ਜੇ ਮਨ ਉਦਾਸ ਹੈ ਤਾਂ ਉਦਾਸ ਗੀਤ ਤੇ ਸੁਣਾ ਦੇ। ਅੱਖਾਂ ਖੁੱਲੀਆਂ ਸੁਪਨਾ ਟੁੱਟਿਆ, ਅੱਖਾਂ ਖੁੱਲੀਆਂ ਸੁਪਨਾ ਟੁੱਟਿਆ, ਗਮ ਅਥਰੂ ਬਣ ਬਹਿ ਗਏ ਨੇ। ਮੈਂ ਤੇ ਮੇਰੇ ਗੀਤ ਹੀ ਦੋਵੇਂ ਕੱਲੇ ਕੱਲੇ ਰਹਿ ਗਏ ਨੇ। ਮੈਂ ਤੇ ਮੇਰੇ ਗੀਤ ਹੀ ਦੋਵੇਂ ਕੱਲੇ ਕੱਲੇ ਰਹਿ ਗਏ ਨੇ। ਚਿੱਟੀ ਚਮੜੀ ਵਾਲੇ ਅੱਜ ਦਿਲ ਸੁਪਨੇ ਵਿੱਚ ਹੀ ਤੋੜੀ ਗਏ। ਜਾਂਦੇ ਜਾਂਦੇ ਨਾ ਸਾਡੇ ਨਾਲ ਪਾਗਲ ਸ਼ਬਦ ਵੀ ਜੋੜੀ ਗਏ। ਵਿੱਚ ਸਮੁੰਦਰੋਂ ਨਿਕਲੇ ਮੋਤੀ, ਵਿੱਚ ਸਮੁੰਦਰੋਂ ਨਿਕਲੇ ਮੋਤੀ, ਚਿੱਕੜ ਦੇ ਵਿੱਚ ਬਹਿ ਗਏ ਨੇ। ਮੈਂ ਤੇ ਮੇਰੇ ਗੀਤ ਹੀ ਦੋਵੇਂ ਕੱਲੇ ਕੱਲੇ ਰਹਿ ਗਏ ਨੇ। ਮੈਂ ਤੇ ਮੇਰੇ ਗੀਤ ਹੀ ਦੋਵੇਂ ਕੱਲੇ ਕੱਲੇ ਰਹਿ ਗਏ ਨੇ। ਉਹੀ ਕਲਮ ਤੇ ਉਹੀ ਕਾਪੀ, ਉਹੀ ਤੇਰਾ ਖਿਆਲ ਕੁੜੇ। ਜੇ ਵਕਤ ਨਾਲ ਬਦਲਿਆ ਏ ਤਾਂ ਬਦਲਿਆ ਸਾਡਾ ਹਾਲ ਕੁੜੇ। ਪਹਿਲਾਂ ਗੀਤ ਖੁਸ਼ੀ ਦੇ ਲਿਖਦਾ, ਪਹਿਲਾਂ ਗੀਤ ਖੁਸ਼ੀ ਦੇ ਲਿਖਦਾ, ਹੁਣ ਗਮ ਦੇ ਝੱਖੜ ਟਹਿ ਗਏ ਨੇ। ਮੈਂ ਤੇ ਮੇਰੇ ਗੀਤ ਹੀ ਦੋਵੇਂ ਕੱਲੇ ਕੱਲੇ ਰਹਿ ਗਏ ਨੇ। ਮੈਂ ਤੇ ਮੇਰੇ ਗੀਤ ਹੀ ਦੋਵੇਂ ਕੱਲੇ ਕੱਲੇ ਰਹਿ ਗਏ ਨੇ। ਬਾਈ ਜੀ ਅੱਜ ਜੀਤੇ ਨੇ ਅੰਕਲ ਜੀ ਨੂੰ ਵੱਧ ਘੱਟ ਬੋਲਿਆ।
ਕਿੱਧਰ ਚੱਲਿਆ ਅਮਨ? ਸਭ ਠੀਕ ਤਾਂ ਹੈ? ਬਾਈ ਮੈਂ ਤਾਂ ਠੀਕ ਆ, ਪਰ ਹੁਣ ਉਹ ਠੀਕ ਨਹੀਂ ਰਹਿਣਗੇ। ਕੌਣ ਨਹੀਂ ਠੀਕ ਰਹਿਣਗੇ? ਬਾਈ ਜੀਤੇ ਹੋਰੀ। ਕਿਉਂ, ਕੀ ਗੱਲ ਹੋ ਗਈ? ਬਾਈ ਉਹਨਾਂ ਨੇ ਪਾਪਾ ਨੂੰ ਮੇਰੇ ਗਾਉਣ ਦਾ ਤਾਨਾ ਮਾਰਿਆ, ਮੈਂ ਉਹਨਾਂ ਨੂੰ ਨਹੀਂ ਛੱਡਾਂਗਾ। ਉਹਨਾਂ ਦਾ ਤਾਂ ਕੰਮ ਹੀ ਲੜਾਈ ਲੈਣਾ। ਚੱਲ ਮੇਰੇ ਨਾਲ। ਨਹੀਂ ਬਾਈ, ਤੈਨੂੰ ਕਿਹਾ ਨਾ ਚੱਲ ਮੇਰੇ ਨਾਲ। ਨਹੀਂ ਬਾਈ ਮੈਂ ਨਹੀਂ ਜਾਵਾਂਗਾ। ਚੱਲ ਬੈਠ ਗੱਡੀ, ਚੱਲ ਮੇਰੇ ਨਾਲ। ਨਹੀਂ ਬਾਈ, ਤੂੰ ਬੈਠ ਗੱਡੀ ਚੱਲ। ਅਮਨ, ਇਸ ਗੱਲ ਦਾ ਘਰੇ ਨਾ ਪਤਾ ਲੱਗੇ। ਠੀਕ ਆ ਵੀਰ ਜੀ। ਚੱਲ ਆ ਫਿਰ ਬੈਠਦੇ ਮੰਮਾ ਕੋਲ। ਨਹੀਂ ਵੀਰ ਜੀ, ਮੈਂ ਆਪਣੇ ਰੂਮ 'ਚ ਆ। ਚੱਲ ਠੀਕ ਆ, ਮੈਂ ਚੱਲਦਾ। ਠੀਕ ਆ। ਲੈ ਹੋਰ ਕੀ, ਮੈਂ ਕੋਈ ਝੂਠ ਬੋਲਦੀ ਐ? ਸੱਚੀ ਮੰਮਾ ਜੀ? ਲੈ ਕਮਲੀ ਨਾ ਹੋਵੇ ਕਿਸੇ ਥਾਂ ਦੀ। ਪੈਰੀ ਪੰਨਾ ਮੰਮਾ। ਜਿਉਂਦਾ ਰਹਿ ਪੁੱਤਰਾ। ਸਤਿ ਸ਼੍ਰੀ ਅਕਾਲ ਵੀਰ ਸਤਿ ਜੀ। ਸ਼੍ਰੀ ਅਕਾਲ ਭਾਈ। ਹੋ ਗਈ ਬੇਟੇ ਡੀਲ? ਹਾਂ ਮੰਮਾ, ਡੀਲ ਹੋ ਗਈ। ਚਲੋ, ਇਹ ਤਾਂ ਬਹੁਤ ਵਧੀਆ ਕੰਮ ਹੋ ਗਿਆ। ਮੰਮਾ ਪਾਪਾ ਕਿੱਥੇ ਨੇ? ਉਹ ਸ਼ਹਿਰ ਨੂੰ ਗਏ ਨੇ, ਘਰੇ ਸੌਦਾ ਪੱਤਾ ਖਤਮ ਹੋਇਆ ਹੈ ਸੀ। ਮੈਂ ਕਿਹਾ ਇੱਥੇ ਬੈਠੇ ਬੈਠੇ ਕੀ ਕਰਨਾ, ਤੁਸੀਂ ਜਾ ਕੇ ਸਮਾਨ ਖਰੀਦ ਲਿਆਓ। ਤੇ ਰਵਿੰਦਰ ਕਿੱਥੇ ਹੈ? ਉਹ ਤਾਂ ਵੀਰ ਜੀ ਆਪਣੇ ਕਮਰੇ 'ਚ ਪਏ ਨੇ ਗੋਲੀ ਲੈ ਕੇ, ਉਹਨਾਂ ਦੇ ਸਿਰ ਦਰਦ ਹੋ ਰਿਹਾ ਸੀ। ਅੱਛਾ ਅੱਛਾ। ਚੰਗਾ ਮੰਮਾ, ਮੈਂ ਰਵਿੰਦਰ ਨੂੰ ਦੇਖਦਾ ਹਨਾ। ਹਾਂ ਜਾ। ਰਵਿੰਦਰ, ਰਵਿੰਦਰ। ਆ ਗਏ ਤੁਸੀਂ? ਬੜੇ ਦਿਨ ਲਾਤੇ, ਕੰਮ ਬਣ ਗਿਆ? ਹਾਂ ਕੰਮ ਤਾਂ ਬਣ ਗਿਆ। ਸਿਰ ਦਰਦ ਠੀਕ ਹੈ ਤੇਰਾ ਹੁਣ? ਹਾਂ ਪਹਿਲਾਂ ਨਾਲੋਂ ਠੀਕ ਹੈ, ਪਰ ਤੁਸੀਂ ਐ ਦੱਸੋ ਮੇਰਾ ਲੋਕੇਟ ਬੰਨਾ ਦੇ ਆਏ ਤੁਸੀਂ? ਕਿੱਥੇ, ਮੈਂ ਤਾਂ ਕੰਮ ਕਰ ਵਿੱਚ ਭੁੱਲ ਗਿਆ ਤੇਰਾ ਲੋਕਟ ਬਣਾ। ਹਾਂ ਹੁਣ ਮੇਰੀਆਂ ਚੀਜ਼ਾਂ ਕਿਉਂ ਯਾਦ ਰਹਿਣਗੀਆਂ? ਮੇਰੀ ਕਦਰ ਹੀ ਕਿਹਨੂੰ ਹੈ ਇਸ ਘਰ 'ਚ? ਓਏ ਕੰਜਰਾ, ਆ ਛੋਟੇ ਛੋਟੇ ਪੰਗੇ ਜੇ ਕੀ ਪਾਈ ਜਾਂਦਾ? ਕੋਈ ਚੱਜ ਦਾ ਸਿਆਪਾ ਛੇੜ, ਮਾੜਾ ਮੋਟਾ ਸਵਾਦ ਵੀ ਤਾਂ ਆਵੇ। ਭਾਈ ਜੀ, ਇਹ ਛੋਟੇ ਛੋਟੇ ਚਿੰਗਾੜੇ ਹੀ ਅੱਗ ਬਣਨਗੇ, ਤੂੰ ਦੇਖੀ ਚੱਲ। ਓਏ ਜਦ ਮੈਂ ਰਣਵੀਰ ਸਿੰਘ ਨੂੰ ਟੌਰ ਨਾਲ ਤੁਰਦੇ ਵੇਖਦਾ ਤਾਂ ਮੇਰੇ ਖੂਨ ਦਾ ਪਾਣੀ ਬਣ ਜਾਂਦਾ ਹੈ। ਬਸ ਹੁਣ ਛੋਟਿਆ, ਮੈਂ ਇਹੀ ਵੇਖਣਾ ਚਾਹੁੰਦਾ ਕਿ ਰਣਵੀਰ ਸਿੰਘ ਦਾ ਸਿਰ ਮੇਰੇ ਕਦਮਾਂ ਅੱਗੇ ਝੁਕਿਆ ਹੋਵੇ। ਤੂੰ ਫਿਕਰ ਕਿਉਂ ਕਰਦਾ ਬਾਈ? ਮੈਨੂੰ ਅੱਜ ਵੀ ਯਾਦ ਆ, ਇਹਦੇ ਕਰਕੇ ਤੇਰੀ ਧੌਣ ਪਰੀ ਪੰਚਾਇਤ ਵਿੱਚ ਝੁਕੀ ਸੀ। ਨਾਲੇ ਤੇਰਾ ਕਸੂਰ ਵੀ ਕੀ ਸੀ? ਇੱਕ ਕੁੜੀ ਦੀ ਇੱਜ਼ਤ ਨੂੰ ਹੀ ਹੱਥ ਪਾਇਆ ਸੀ। ਓਏ ਜੀਤਿਆ, ਰਣਵੀਰ ਸਿੰਘ ਨੇ ਉਸ ਕੁੜੀ ਦੀ ਇੱਜ਼ਤ ਤਾਂ ਬਚਾ ਲਈ, ਪਰ ਹੁਣ ਰਣਵੀਰ ਸਿੰਘ ਦੀ ਇੱਜ਼ਤ ਨਹੀਂ ਬਚਦੀ। ਬਈ ਮਾਨਕ ਦੀ ਤਾਂ ਗੱਲ ਹੀ ਹੋ ਰਿਹਾ। ਓਏ ਕਲੀਆਂ ਦਾ ਬਾਦਸ਼ਾਹ ਤਾਂ ਹੀ ਤਾਂ ਕਹਿੰਦੇ ਨੇ। ਓਏ ਅੱਜ ਕੱਲ ਦੇ ਸਿੰਗਰਾਂ ਨੂੰ ਤਾਂ ਗਾਉਣਾ ਹੀ ਨਹੀਂ ਆਉਂਦਾ, ਸਾਰਾ ਕੰਮ ਕੰਪਿਊਟਰ ਤੇ ਕਰਦੇ ਆ। ਓਏ ਤੁਸੀਂ ਬਾਹਲੀ ਦੂਰ ਕਿਉਂ ਜਾਂਦੇ ਹੋ? ਉਹ ਆਪਣੇ ਪਿੰਡ ਵਾਲਾ ਅਮਨ ਗਵਈਆ ਹੀ ਲਾ ਲਓ, ਸੁਰਤਾ ਉਹਨੂੰ ਕੋਈ ਲਾਉਣਾ ਨਹੀਂ ਆਉਂਦਾ, ਸਾਰਾ ਦਿਨ ਸੰਗ ਪਾਣੀ ਜਾਊ। ਓਏ ਉਸ ਸਮੇਂ ਤਾਂ ਉਸਦੇ ਬਾਪੂ ਨੇ ਨਹੀਂ ਗਾਉਣ ਦੇਣਾ, ਕੱਲ ਤੁਸੀਂ ਇਹਨੂੰ ਖੜੀਆਂ ਖੜੀਆਂ ਸੁਣਾਤੀਆਂ। ਚੱਲ ਛੱਡ ਯਾਰ, ਤੂੰ ਪੈਗ ਪਾ ਮੋਟਾ ਜਿਹਾ। ਮੈਨੂੰ ਦੱਸ ਦਿਓ ਰਾਜ ਬਾਈ ਇੱਕ ਵਾਰ ਬਾਈ ਪਾਪਾ ਨੂੰ ਯਾਰ। ਓਏ ਵੱਡੇ ਬੈਲੀਓ, ਪਿੱਠ ਪਿੱਛੇ ਕਿਉਂ ਅਮਨ ਬਾਰੇ ਵੱਧ ਘੱਟ ਬੋਲਦੇ ਹੋ? ਜੇ ਹਿੰਮਤ ਆ ਤਾਂ ਫਿਰ
ਸਾਹਮਣੇ ਆ ਕੇ ਪੰਗਾ ਲਓ। ਉਹ ਲਾਡੀ, ਇਹਨੇ ਜੀਤੇ ਨੂੰ ਕਿਹਾ, ਇਹ ਜੀਤੇ ਦਾ ਸ਼ਿਕਾਰ ਆ, ਛੱਡੋ ਇਹਨੂੰ। ਬਾਈ ਇਹਨੇ ਸਾਰਾ ਮੂਡ ਖਰਾਬ ਕਰਤਾ। ਬੈਠੋ ਬਾਈ ਬੈਠੋ। ਆ ਯਾਰ ਪੈਗ। ਵਾਹ, ਜੱਗੇ ਬਾਈ ਦਾ ਫੋਨ ਆ ਗਿਆ। ਮੈਂ ਯਾਰ ਚੱਲਿਆ ਘਰੇ, ਤੁਸੀਂ ਲਾਓ ਪੈਗ। ਆ ਲਾ ਲਓ ਇੱਕ। ਚਲੋ ਚੰਗਾ ਬਾਈ ਤੂੰ ਜਾ, ਅਸੀਂ 2 ਪੈਗ ਮਾਰ ਕੇ ਹੋਰ ਹੁੰਦੇ। ਚੰਗਾ ਚਲੋ ਘਰ ਨੂੰ ਵਗ ਜਾਓ ਛੇਤੀ। ਠੀਕ ਆ ਬਾਈ ਠੀਕ ਆ। ਕੀ ਗੱਲ ਜਗਰਾਜ, ਬੜਾ ਹਫਿਆ ਹੋਇਆ ਨਾ। ਬਾਈ ਜੀ ਅੱਜ ਨਾ ਜੀਤੇ ਨੇ ਮੈਨੂੰ ਬਹੁਤ ਕੁੱਟਿਆ, ਨਾਲੇ ਤੁਹਾਡੇ ਬਾਰੇ ਬਹੁਤ ਗਲਤ ਬੋਲਦਾ ਸੀ ਉਹ। ਉਹਦੀ ਐਡੀ ਹਿੰਮਤ। ਚਲਾ ਬੈਠ, ਦੇਖਦੇ ਆ ਵੱਡੇ ਬੈਲੀਆਂ ਨੂੰ। ਚੱਲੀਏ ਬਾਈ ਫਿਰ ਹੁਣ। ਫੜ ਯਾਰ, ਕੱਲ ਕਬਜ਼ੇ ਤੇ ਵੀ ਜਾਣਾ, ਇੱਕ ਇੱਕ ਮੋਟਾ ਲਾ ਹੀ ਲਈਏ। ਦਵੋ ਨਾ ਕਬਜ਼ਾ ਤੁਹਾਨੂੰ ਵੱਡੇ ਬੈਲੀਆਂ ਨੂੰ। ਫਸ ਗਈ ਮੱਛੀ। ਇਹਦੀ ਪਤਾ ਨਹੀਂ ਕਿੱਥੇ ਮੱਛੀ ਫਸੀ ਹੈ। ਆਓ ਜੀ। ਉਹ ਕੀ ਹਾਲ ਚਾਲ ਆ ਤਾਇਆ? ਠੀਕ ਹੈ ਜੀ ਠੀਕ ਹੈ। ਇਹ ਆ ਸੱਟ ਟਿੱਕੀ। ਹਾਂ ਉਹਨੇ ਘਰੇ ਪਾਪੇ ਨੇ ਬੁਲਾਇਆ। ਕਰਤੀ ਨਾ ਪੱਟੀ ਮੇਸ। ਤੈਨੂੰ ਕਿੰਨੇ ਵਾਰੀ ਪਿਆ ਕੰਜਰ ਦਾ ਪਤਾ, ਮੈਨੂੰ ਤਾਇਆ ਨਾ ਕਰ, ਚਾਚਾ ਆਖਿਆ ਕਰ। ਫਸ ਗਈ ਨਾ ਮੱਛੀ। ਉਹ ਚਤਰਿਆ, ਜੇ ਤੈਨੂੰ ਇਹ ਤਾਇਆ ਨਹੀਂ ਕਹੂ ਹੋਰ ਭਲਾ ਦੱਸ ਕੀ ਕਹੂਗਾ, ਜਦ ਇਹਦਾ ਤੂੰ ਲੱਗਦਾ ਹੀ ਤਾਇਆ ਹੈ। ਉਹ ਨੰਬਰਦਾਰਾ ਗੱਲ ਸੁਣ, ਠੀਕ ਹੈ ਮੈਂ ਹਲੇ ਵਿਆਹ ਨਹੀਂ ਹੈ, ਤਾਂ ਮੈਂ ਕੁਵਾਰਾ। ਜੇ ਐਂ ਕਹਿੰਦੇ ਰਹੇ ਤਾਂ ਫਿਰ ਮੇਰੀ ਤਾਂ ਭਾਨੀ ਵੱਜ ਗਈ ਨਾ, ਫਸ ਗਈ ਮੱਛੀ। ਚੰਗਾ ਤਾਇਆ ਮੈਂ ਚੱਲਿਆ ਘਰੇ, ਤੂੰ ਆ ਜੀ ਛੇਤੀ। ਆ ਜੂ ਦਾ ਤਾਂ ਸਹੀ ਯਾਰ, ਮੈਂ ਆਪੇ ਆ ਜਾਊਂਗਾ। ਕਿਆ ਕਹਿੰਦਾ ਰਾ ਯਾਰ ਦੁੱਕੀ। ਅਸਲੀ ਗੱਲ ਬਜ਼ੁਰਗੋ। ਤੈਨੂੰ ਬੁਲਾਈ ਆ। ਬਜ਼ੁਰਗੋ ਮੈਨੂੰ ਬੁਲਾਈ ਐ। ਕਰ ਗੱਲ ਤੂੰ। ਉਹ ਗੁਰਦੀਪ ਸਿਆ, ਉਹ ਭਾਈ ਬਹੁਤ ਚਿਰਾਂ ਬਾਅਦ ਦੇਖਿਆ, ਕਿੱਥੇ ਰਿਹਾ ਹੁਣ ਤੱਕ ਤੂੰ? ਉਹ ਚਾਚਾ ਮੈਂ ਤਾਂ ਦਿੱਲੀ ਚਲਾ ਗਿਆ ਸੀ, ਠੇਕਾ ਲਿਆ ਪੰਜਾਬ ਦੇ ਸਕੂਲਾਂ 'ਚ ਕੰਪਿਊਟਰ ਲਾਉਣ ਦਾ। ਵਾਹ ਵੀ ਵਾਹ, ਬਈ ਇਹਨੇ ਕੀਤਾ ਆਪਦੇ ਪਿਓ ਦਾ ਨਾਂ ਉੱਚਾ। ਕਈ ਤਾਂ ਵੇਲੜੀ ਤੁਰੇ ਫਿਰਦੇ ਆ। ਫਸ ਗਈ ਮੱਛੀ। ਹਾਂ ਰੱਬ ਕਰੇ ਮੇਰਾ ਵੀਰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ। ਭੈਣੇ ਸਾਰੀਆਂ ਸੀਸਾਂ ਵੀਰੇ ਨੂੰ ਨਾ ਦੇ ਦੀ, ਮੇਰੇ ਲਈ ਵੀ ਰੱਖ ਲਈ। ਤੂੰ ਘਬਰਾਨਾ ਕਿਉਂ ਹੈ? ਤੇਰੀ ਵੀ ਵਾਰੀ ਆ ਗਈ। ਲੈ ਤੇਰੇ ਦਿਲ ਦੀ ਹਰ ਤਮੰਨਾ ਪੂਰੀ ਹੋਵੇ, ਬਸ ਖੁਸ਼।
ਹੇ ਸੱਚੇ ਪਾਤਸ਼ਾਹ, ਮੇਰੇ ਬੱਚਿਆਂ ਨੂੰ ਆਈ ਹੱਸਦੇ ਖੇਡਦੇ ਰੱਖੀ, ਇਹਨਾਂ ਨੂੰ ਕਿਸੇ ਦੀ ਨਜ਼ਰ ਨਾ ਲੱਗੇ। ਰੱਖੜੀ ਤੇ ਬੰਨਤੀ, ਹੁਣ ਲਿਆਓ ਮੇਰਾ ਗਿਫਟ। ਗਿਫਟ ਉਹ ਤਾਂ ਅਸੀਂ ਲੈ ਕੇ ਨਹੀਂ ਆਏ। ਮੰਮੀ ਦੇਖੋ ਨਾ, ਹੁਣ ਵੀਰ ਜੀ ਕੀ ਕਰ ਦਿੰਦੇ ਹੋ। ਮੈਨੂੰ ਨਹੀਂ ਪਤਾ, ਮੈਂ ਤੇ ਗਿਫਟ ਲੈਣਾ ਹੈ। ਵੀ ਐ ਨਾ ਕਰੋ, ਕੱਲੀ ਕੱਲੀ ਭੈਣ ਆ ਤੁਹਾਡੀ, ਦੋ ਇਹਨੂੰ ਗਿਫਟ। ਹਾਂ ਮੰਮੀ ਉਹ ਤਾਂ ਗਿਫਟ ਅਸੀਂ ਦੇਣੀ ਨਹੀਂ ਸੀ, ਚਲੋ ਪਰ ਜੇ ਤੁਸੀਂ ਕਹਿੰਦੇ ਹੋ ਤਾਂ ਦੇ ਹੀ ਦਿੰਨੇ ਆ। ਜਲਦੀ ਦਿਓ। ਰਿੰਪਲ ਆ ਲੈ, ਆ ਗਿਆ ਤੇਰਾ ਗਿਫਟ। ਹਾਈ ਕੀ ਹੈ, ਕੀ ਹੈ, ਕੀ ਹੈ? ਹਾਂ ਥੈਂਕ ਯੂ। ਦੇ ਦੋ ਗਿਫਟ ਇਹਨੂੰ, ਸਾਡੇ ਲਈ ਨਹੀਂ ਨਿਕਲਦੇ ਜੇਬਾਂ ਚੋਂ ਪੈਸੇ। ਥੈਂਕ ਯੂ। ਹੋਰ ਪੁੱਤਰ ਕੰਮਕਾਰ ਕਿੱਦਾਂ ਚੱਲਦਾ? ਕੰਮ ਤਾਂ ਠੀਕ ਹੈ ਡੈਡੀ, ਪਰ ਹੁਣ ਸਾਰਾ ਕੁਝ ਦੁਬਾਰਾ ਤੋਂ ਸ਼ੁਰੂ ਕਰਨ ਲੱਗਿਆ। ਤੁਹਾਨੂੰ ਪਤਾ ਟਾਈਮ ਤਾਂ ਥੋੜਾ ਜਿਹਾ ਲੱਗੂਗਾ ਹੀ। ਪੁੱਤਰ ਇੱਕ ਤੇਰੇ ਨਾਲ ਗੱਲ ਕਰਨੀ ਸੀ। ਹਾਂਜੀ ਡੈਡੀ ਕਹੋ। ਹਾਂ, ਬਿਜ਼ਨਸ 'ਚ ਘਾਟੇ ਵਾਧੇ ਤਾਂ ਚੱਲਦੇ ਹੀ ਰਹਿਣਗੇ, ਤੂੰ ਗੱਲ ਦਿਲ ਤੇ ਨਾ ਲਾਈ। ਜੇ ਤੈਨੂੰ ਕਿਸੇ ਵੀ ਚੀਜ਼ ਦੀ ਲੋੜ ਹੋਵੇ ਬੇਝਿਜਕ ਹੋ ਕੇ ਮੰਗ ਲਈ। ਨਹੀਂ ਡੈਡੀ, ਫਿਲਹਾਲ ਤਾਂ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ। ਹੁਣ ਤਾਂ ਮੈਂ ਆਪਣੇ ਪੈਰਾਂ ਤੇ ਬਸ ਆਪ ਹੀ ਖੜਾ ਹੋਊਂਗਾ। ਚੰਗਾ ਪੁੱਤਰ, ਜਿਵੇਂ ਤੇਰੀ ਮਰਜ਼ੀ। ਰਿੰਪਲ ਗੋਲਡੀ ਕਿੱਥੇ ਹੈ ਯਾਰ? ਜੀ ਤੁਹਾਨੂੰ ਪਤਾ ਤਾਂ ਹੈ, ਗੇਮ ਤੋਂ ਉਹਨੂੰ ਕੋਈ ਕੰਮ ਹੈ, ਉਹ ਬੈਠਾ। ਇਹ ਵੀ ਨਾ ਬਸ। ਚੱਲੀਏ ਵੀ ਹੁਣ, ਟਾਈਮ ਵੀ ਦੇਖ ਯਾਰ ਕਿੰਨਾ ਹੋ ਗਿਆ। ਬੇਟੇ ਇੰਨੀ ਕਾਹਦੀ ਕਾਹਲੀ ਹੈ? ਉਹ ਮੰਮਾ ਅੱਜ ਭੈਣ ਜੀ ਨੇ ਵੀ ਆਣਾ ਹੈ ਇਹਨਾਂ ਦੇ ਰੱਖੜੀ ਬੰਨਣ, ਇਸ ਲਈ ਜਾਣਾ ਜ਼ਰੂਰੀ ਹੈ। ਅੱਛਾ ਚੰਗਾ ਪੁੱਤਰ, ਖੁਸ਼ ਰਹੋ। ਓਕੇ ਮੈਮ। ਅੱਛਾ ਜੀ, ਸਤਿ ਸ਼੍ਰੀ ਅਕਾਲ। ਚੰਗਾ ਦਾਦੀ। ਬਾਈ ਮੇਰੀ ਖੜੀ ਕਰ ਦੇ। ਓਕੇ ਬਾਈ। ਓਕੇ ਅੱਛਾ ਹਟ ਜਾ ਬੇਟੇ, ਸ਼ਰਾਰਤ ਨਹੀਂ ਕਰੀਦੀ। ਕੀ ਗੱਲ ਜੀ, ਤੁਸੀਂ ਇੰਨਾ ਚੁੱਪਚਾਪ ਕਿਉਂ ਬੈਠੇ ਹੋ? ਤਬੀਅਤ ਤਾਂ ਠੀਕ ਹੈ ਤੁਹਾਡੀ? ਠੀਕ ਆ। ਫਿਰ ਕੀ ਗੱਲ ਹੋ ਗਈ, ਤੁਸੀਂ ਇੰਨੇ ਉਦਾਸ ਕਿਉਂ ਹੋ? ਰਿੰਪਲ, ਮੇਰੇ ਮਨ ਤੇ ਬੋਝ ਹੈ। ਅੱਜ ਜੱਸੀ ਨੂੰ ਰੱਖੜੀ ਤੇ ਦੇਣ ਲਈ ਵੀਰ ਜੀ ਨੇ ਮੈਨੂੰ ਪੈਸੇ ਦਿੱਤੇ। ਤੇ ਫਿਰ ਕੀ ਹੋ ਗਿਆ? ਵੀਰ ਜੀ ਦਾ ਤੇ ਆਪਣਾ ਕੁਝ ਵੰਡਿਆ? ਵੰਡਿਆ ਤਾਂ ਕੁਝ ਨਹੀਂ ਯਾਰ, ਪਰ ਮੈਂ ਆਪਣੇ ਪੈਰਾਂ ਤੇ ਆਪ ਖੜਾ ਹੋਣਾ ਚਾਹੁੰਦਾ। ਮੈਂ ਖੁਦ ਕਮਾਉਣਾ ਚਾਹੁੰਦਾ। ਫਿਰ ਤੁਸੀਂ ਵੀਰ ਜੀ ਨਾਲ ਉਹਨਾਂ ਦੇ ਬਿਜ਼ਨਸ 'ਚ ਹੈਲਪ ਕਰਿਆ ਕਰੋ। ਹੈਲਪ ਤਾਂ ਕਰਦਾ, ਪਰ ਮੇਰਾ ਬਿਜ਼ਨਸ 'ਚ ਮਨ ਨਹੀਂ ਲੱਗਦਾ। ਮੈਂ ਸਿੰਗਰ ਬਣਨਾ ਚਾਹੁੰਦਾ, ਪਰ ਪਾਪਾ ਜੀ ਮੈਨੂੰ ਸਿੰਗਰ ਨਹੀਂ ਬਣਨ ਦੇ ਰਹੇ। ਜੀ ਤੁਸੀਂ ਉਦਾਸ ਨਾ ਹੋਵੋ, ਕੋਸ਼ਿਸ਼ ਕਰੋ, ਪਾਪਾ ਜੀ ਆਪੇ ਮੰਨ ਜਾਣਗੇ। ਚਲੋ ਮੈਂ ਤੁਹਾਡੇ ਲਈ ਚਾਹ ਬਣਾ ਕੇ ਲਿਆਉਣੀ ਹੈ। ਹੈਲੋ ਹੈਲੋ ਮਮਾ। ਜੱਸੀ ਸਤਿ ਸ਼੍ਰੀ ਅਕਾਲ। ਹੋਰ ਕੀ ਹਾਲ ਚਾਲ ਹੈ ਤੇਰਾ? ਮੈਂ ਠੀਕ ਹਾਂ, ਤੁਸੀਂ ਸੁਣਾਓ? ਮੈਂ ਵੀ ਠੀਕ ਹਾਂ। ਹੋਰ ਦੱਸ, ਇੰਦਰ ਦਾ ਕੀ ਹਾਲ ਚਾਲ ਹੈ? ਉਹ ਵੀ ਫਸਟ ਕਲਾਸ। ਮਮਾ ਇਹ ਗੁਰਦੀਪ ਵੀਰ ਜੀ ਕਿੱਥੇ ਹੈ? ਗੁਰਦੀਪ ਇੱਥੇ ਹੀ ਹੈ, ਮੈਂ ਬੁਲਾਉਣੀ ਹੈ। ਗੁਰਦੀਪ ਆਈ ਪੁੱਤ, ਜੱਸੀ ਦਾ ਫੋਨ ਹੈ। ਲੈ ਆਪਣੀ ਭੈਣ ਨਾਲ ਗੱਲ ਕਰ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਵੀਰ ਜੀ। ਕੀ ਹਾਲ ਚਾਲ ਹੈ ਜੱਸੀ? ਬਸ ਬਹੁਤ ਵਧੀਆ ਵੀਰ ਜੀ। ਵੀਰ ਜੀ ਉਹ ਜਿਹੜਾ ਤੁਸੀਂ ਰੱਖੜੀ ਤੇ ਗਿਫਟ ਦਿੱਤਾ ਸੀ, ਉਹਦੇ 'ਚ ਕੀ ਸੀ ਭਲਾ? ਲੈ ਤੂੰ ਖੋਲ ਕੇ ਵੇਖਿਆ ਨਹੀਂ? ਨਹੀਂ ਦੇਖਿਆ ਤੇ ਮੈਂ ਹੈ, ਪਰ ਮੈਨੂੰ ਇਹ ਦੱਸੋ ਇੰਨੇ ਪੈਸੇ ਦੇਣ ਦੀ ਲੋੜ ਕੀ ਸੀਗੀ? ਫੇਰ ਕੀ ਹੋ ਗਿਆ? ਕਮਾਉਂਦੇ ਕਾਹਦੇ ਲਈ ਆ? ਨਾਲੇ ਤੈਨੂੰ ਪਤਾ ਹੀ ਹੈ ਮਨਿੰਦਰ ਨੇ ਉਹ ਤਾਂ ਮਾਤੇ ਲੈਣੀ ਨਹੀਂ ਸੀ। ਮੈਂ ਕਿਹਾ ਚਲੋ ਰੱਖੜੀ ਬੰਨ੍ਹਣੀ ਦੇ ਦਈਏ। ਚੱਲ ਛੱਡ, ਹੋਰ ਤੂੰ ਸੁਣਾ? ਹੋਰ ਤਾਂ ਠੀਕ ਠਾਕ ਹੈ ਵੀਰ ਜੀ। ਜਿਹਦੇ ਭਰਾ ਨੇ ਕੇਅਰਿੰਗ ਹੋਣ, ਇੰਨਾ ਧਿਆਨ ਰੱਖਣ, ਉਹਨੂੰ ਹੋਰ ਚਾਹੀਦਾ ਕੀ ਹੈ? ਐਂਡ ਥੈਂਕਸ ਫॉर एवरीथिंग। ਟੇਕ ਕੇਅਰ ਵੀਰ ਜੀ, ਬਾਏ।
ਇੰਨੇ ਪੈਸੇ ਦੇ ਆਂਦੇ ਫਿਰ ਭੈਣ ਨੂੰ ਰੱਖੜੀ ਦੇ। ਕਿਉਂ ਕੀ ਗੱਲ? ਨਾ ਗੱਲ ਕੀ ਹੋਣੀ ਹੈ? 3 ਮਹੀਨੇ ਹੋ ਗਏ ਮੈਨੂੰ ਲੋਕਟ ਕਰਦੀ ਨੂੰ, ਹਲੇ ਤੱਕ ਲੈ ਕੇ ਨਹੀਂ ਦਿੱਤਾ ਤੇ ਭੈਣ ਨੂੰ ਦੇਣ ਨੂੰ ਪੈਸੇ ਚੱਕ ਨਿਕਲਿਆ। ਇਹ ਗੱਲ ਨਹੀਂ ਰਵਿੰਦਰ, ਤੈਨੂੰ ਤਾਂ ਪਤਾ ਹੀ ਹੈ ਮਨਿੰਦਰ ਨੂੰ ਬਿਜ਼ਨਸ 'ਚ ਕਿੰਨਾ ਘਾਟਾ ਪਿਆ। ਅਸੀਂ ਤਾਂ ਰੱਖੜੀ ਬੰਨ੍ਹਣੇ ਉਹਨਾਂ ਦੀ ਮਦਦ ਕੀਤੀ ਹੈ। ਅਸੀਂ ਕਿਸੇ ਦੇ ਘਰ ਦਾ ਠੇਕਾ ਲਿਆ? ਕੋਈ ਘਾਟਾ ਘੁੱਟਾ ਨਹੀਂ ਪਿਆ ਉਹਨਾਂ ਨੂੰ। ਉਹਨੂੰ ਤਾਂ ਭਰਾਵਾਂ ਦੇ ਘਰ ਦੀ ਖਾਣ ਦੀ ਆਦਤ ਪੈ ਗਈ ਹੈ। ਨਾਲੇ ਜਿਹਨੂੰ ਪੱਕੀਆਂ ਪਕਾਈਆਂ ਮਿਲਣ ਉਹਨੂੰ ਹੱਥ ਲਵੇੜਨ ਦੀ ਕੀ ਲੋੜ ਹੈ? ਤੇ ਮਾਣਾ ਭੌਂਕ। ਹੁਣ ਤਾਂ ਮੈਂ ਭੌਂਕਦੀ ਲੱਗਣਾ। ਬੱਚਾ ਜੋ ਨਹੀਂ ਪੈਦਾ ਕਰਕੇ ਦੇ ਸਕੀ ਇਸੇ ਕਰਕੇ। ਇੰਨੀ ਲੋੜ ਆ ਨਾ ਬੱਚੇ ਦੀ ਤਾਂ ਕੋਈ ਹੋਰ ਲਿਆ। ਹੁਣ ਇਹੀ ਕਸਰ ਹੈ ਕਿਸੇ ਹੱਥ ਚੁੱਕਣ ਦੀ, ਉਹ ਵੀ ਪੂਰੀ ਹੋ ਗਈ। ਹੁਣ ਇਸ ਘਰ 'ਚ ਮੈਂ ਇੱਕ ਪਲ ਵੀ ਨਹੀਂ ਰਹਿਣਾ। ਫੇਰ ਆਲੂ ਧਰਨੇ सब्जी बहुत महंगी होगी पुत्र। बस ਹੁਣ ਹੋਰ ਨਹੀਂ ਰਹਿ ਸਕਦੀ ਮੈਂ ਇਸ ਘਰ 'ਚ। ਗੱਲ ਕੀ ਕੋਈ ਹੋਈ ਹੈ ਦੱਸੇਗੀ ਵੀ ਕੁਛ? ਅੱਜ ਉਹਨਾਂ ਨੇ ਮੇਰੇ ਤੇ ਹੱਥ ਚੁੱਕਿਆ। ਹੋਰ ਬੇਇੱਜ਼ਤੀ ਨਹੀਂ ਕਰਾ ਸਕਦੀ। ਹੁਣ ਮੈਂ ਇਸ ਘਰ 'ਚ ਨਹੀਂ ਰਹਿ ਸਕਦੀ। ਦੇਖ ਪੁੱਤਰ, ਇਹ ਜਿਹੀ ਲੜਾਈ ਝਗੜੇ ਤਾਂ ਹਰੇਕ ਘਰ 'ਚ ਹੁੰਦੇ ਰਹਿੰਦੇ ਨੇ। ਫਿਰ ਕਿਤੇ ਘਰ ਛੱਡ ਕੇ ਚਲੇ ਜਾਏਗਾ ਹੁੰਦਾ। ਸਿਆਣੀ ਬਣ, ਚੱਲ ਬੈਗ ਅੰਦਰ ਆ। ਚੱਲ ਮੈਂ ਹੁਣ ਇਸ ਘਰ 'ਚ ਬਿਲਕੁਲ ਨਹੀਂ ਰਹਿ ਸਕਦੀ। ਦੀਦੀ ਪਲੀਜ਼ ਤੁਸੀਂ ਘਰ ਛੱਡ ਕੇ ਨਾ ਜਾਓ। ਦੇਖੋ ਭਾਬੀ ਜੀ, ਆਪਣੇ ਘਰ ਦੀ ਤੇ ਪਾਪਾ ਦੀ ਇੱਜ਼ਤ ਦਾ ਸਵਾਲ ਹੈ। ਅੱਛਾ, ਹੁਣ ਤੂੰ ਦੱਸੇਗਾ ਮੈਨੂੰ ਪਾਪਾ ਦੀ ਇੱਜ਼ਤ ਬਾਰੇ? ਮੈਂ ਜਦੋਂ ਰੋਜ਼ ਤੂੰ ਸਵੇਰੇ ਉੱਠ ਕੇ ਕੰਜਰਖਾਨਾ ਕਰਦਾ ਉਦੋਂ ਪਾਪਾ ਦੀ ਇੱਜ਼ਤ ਕੀ ਖਰਾਬ ਹੁੰਦੀ? ਬਸ ਬਹੁਤ ਬੋਲ ਲਿਆ ਤੂੰ। ਖਬਰਦਾਰ ਜੇ ਕਿਸੇ ਨੇ ਰੋਕਿਆ ਇਹਨੂੰ। ਜਾ ਜਿੱਥੇ ਜਾਨੀ ਹੈ। ਆਹੋ, ਹੁਣ ਤਾਂ ਮੈਂ ਹੀ ਮਾੜੀ ਹੋ ਗਈ। ਜਾਨੀ ਹੈ ਮੈਂ, ਇੱਥੇ ਮੈਂ ਬਿਲਕੁਲ ਨਹੀਂ ਰਹਿਣਾ ਹੁਣ। ਓਏ ਕਿਉਂ ਜਾਣ ਪੰਗੇ ਲੈਣਾ? ਜੇ ਕੋਈ ਕਸਰ ਆ ਤਾਂ ਸਿੱਧਾ ਹੋ ਕੇ ਮਿਲ ਲਾ। ਵਾਹ ਗਵਈਆ, ਤੂੰ ਤਾਂ ਗਾਉਂਦਾ ਚੰਗਾ ਲੱਗਦਾ, ਗੁੱਸਾ ਕਰਦਾ ਨਹੀਂ। ਓਏ ਆਪਣੀ ਜ਼ੁਬਾਨ ਨੂੰ ਲਗਾਮ ਦੇ, ਨਹੀਂ ਤਾਂ ਇੱਥੇ ਹੀ ਕੱਢ ਦਾਂਗੇ। ਜੀਤੇ ਨੂੰ ਗੱਡਣ ਵਾਲਾ ਹਲੇ ਕੋਈ ਜੰਮਿਆ ਨਹੀਂ, ਕਿਤੇ ਆਪਣਾ ਘੋਗਾ ਹੀ ਨਾ ਚਿੱਤ ਕਰਵਾ ਲਈ। ਜੇ ਇਹ ਗਾਉਣਾ ਜਾਣਦਾ ਤਾਂ ਅਸੀਂ ਵਜਾਉਣਾ ਵੀ ਜਾਣਦੇ ਆ। ਉਹ ਲੱਗਦਾ ਬੱਲਿਆ ਤੇਰੇ ਖੂਨ 'ਚ ਕੁਝ ਜ਼ਿਆਦਾ ਹੀ ਗਰਮੀ ਹੈ। ਓਏ ਅਸੀਂ ਰੱਬ ਤੋਂ ਬਿਨਾਂ ਕਿਸੇ ਹੋਰ ਤੋਂ ਨਹੀਂ ਡਰਦੇ। ਜੇ ਬਹੁਤਾ ਔਖਾ ਤਾਂ ਟਾਈਮ ਬੰਨ ਲਾ। ਚੱਲ ਫਿਰ ਠੀਕ ਆ, ਸ਼ਾਮ ਨੂੰ ਆਪਣਾ ਲਾਮ ਲਸ਼ਕਰ ਲੈ ਕੇ ਆ ਜੀ ਪੁਰਾਣੇ ਪੁਲ ਤੇ। ਬੱਲਿਓ ਮੁੰਡਿਓ, ਗਵਈਆ ਤਾਂ ਜਵਾਨ ਦਾ ਪੱਕਾ ਨਿਕਲਿਆ, ਜਮਾ ਟਾਈਮ ਤੇ ਆਇਆ। ਓਏ ਮੈਂ ਵੀ ਕੋਈ ਪਹਿਲੀ ਵਾਰੀ ਆਪਣੀ ਮੌਤ ਨੂੰ ਮਿਲਣ ਲਈ ਇੰਨਾ ਉਤਾਵਲਾ ਦੇਖਿਆ। ਅਜੇ ਤੂੰ ਵੇਖੀ ਕੀ ਆ ਤਾਂ ਸਮਾਂ ਹੀ ਦੱਸੂ ਮੌਤ ਕਿਹਨੂੰ ਆਉਂਦੀ ਆ। ਜੇ ਭੱਜਣਾ ਚਾਹਣਾ ਤਾਂ ਭੱਜ ਜਾ ਓਏ। ਓਏ ਭੱਜਦੇ ਤਾਂ ਕਾਇਰ ਹੁੰਦੇ ਆ, ਮਰਦ ਤਾਂ ਜਿੱਥੇ ਖੜ ਗਏ ਤਾਂ ਖੜ ਗਏ।
ਉੱਠ ਓਏ ਵੱਡਿਆ ਗਵਈਆ। ਰਹਿਣ ਦਿਓ, ਹੁਣ ਆਪਣਾ ਹਿਸਾਬ ਕਿਤਾਬ ਇਹਦੇ ਨਾਲ ਪੂਰਾ ਹੋ ਗਿਆ। ਚਲੋ ਹੁਣ ਚੱਲੀਏ। चलो ओए। ਯਾਰ ਅਮਨ ਕਿਤੇ ਮਾਫੀ ਨਾ ਮੰਗ ਲਵੇ। ਮੈਂ ਅਮਨ ਨੂੰ ਚੰਗੀ ਤਰ੍ਹਾਂ ਸਮਝਾਇਆ ਹੋਇਆ, ਉਹ ਮਾਫੀ ਨਹੀਂ ਮੰਗਦਾ। ਦੇਖਦੇ ਆਂ ਬਾਈ ਕੀ ਬਣਦਾ। ਚਲੋ ਦੇਖ ਲੈਂਦੇ ਆ ਫਿਰ। ਦੇਖ ਲੈਂਦੇ ਆਂ। ਬਈ ਪੰਚਾਇਤ ਨੇ ਫੈਸਲਾ ਕੀਤਾ ਕਿ ਅਮਨ ਤੇ ਜੀਤਾ ਇੱਕ ਦੂਜੇ ਤੋਂ ਮਾਫੀ ਮੰਗ ਲੈਣ ਤੇ ਨਾਲੇ ਰਾਜੀਨਾਮਾ ਕਰ ਲਓ। ਸਰਪੰਚ ਸਾਹਿਬ, ਮੈਂ ਮਾਫੀ ਨਹੀਂ ਮੰਗਣੀ, ਗਲਤੀ ਜੀਤੇ ਨੇ ਕੀਤੀ। ਸਰਪੰਚ ਸਾਹਿਬ, ਮੈਂ ਨਹੀਂ ਕੋਈ ਗਲਤੀ ਕੀਤੀ, ਜੇ ਕੀਤੀ ਆ ਤਾਂ ਦੱਸੇ। ਕੀ ਗਲਤੀ ਕੀਤੀ ਹੈ ਵੀ ਜੀਤੇ ਨੇ? ਇਹਨਾਂ ਨੇ ਮੈਨੂੰ ਗਵਈਆ ਕਹਿ ਕੇ ਗੁੱਸਾਇਆ, ਮੇਰੀ ਕੋਈ ਗਲਤੀ ਨਹੀਂ। ਜੇ ਉਹਨਾਂ ਨੇ ਤੈਨੂੰ ਗਵਈਆ ਕਹਿਤਾ ਕੀ ਗਲਤੀ ਕਿਹਾ? ਸਾਰਾ ਪਿੰਡ ਤੈਨੂੰ ਗਵਈਆ ਕਹਿੰਦਾ ਫਿਰਦਾ। ਤੈਨੂੰ ਕਿੰਨੀ ਵਾਰੀ ਕਿਹਾ ਇਹ ਕੰਮ ਸਰਦਾਰਾਂ ਨੂੰ ਨਹੀਂ ਸੌਂਪਦੇ। ਆਇਓ ਰੱਬਾ, ਜਿੱਥੇ ਮੈਨੂੰ ਗੁਰਦੀਪ ਵਰਗਾ ਲਾਇਕ ਪੁੱਤ ਦਿੱਤਾ, ਉੱਥੇ ਇਹੋ ਜਿਹਾ ਨਲਾਇਕ ਪੁੱਤ ਦੇਣ ਦੀ ਕੀ ਲੋੜ ਸੀ? ਜਿਹੜਾ ਤਾਂ ਮੇਰੀ ਇੱਜ਼ਤ ਰੋਲਦਾ ਫਿਰਦਾ। ਰਣਬੀਰ ਸਿੰਘ ਜੀ, ਮਾਫੀ ਤੈਨੂੰ ਮੰਗਣੀ ਪਊ, ਤੇ ਨਹੀਂ ਫਿਰ ਅਸੀਂ ਥਾਣੇ ਚੱਲੇ। ਨਹੀਂ ਜੱਗਿਆ, ਇਹਨੂੰ ਬੇਸ਼ਰਮ ਨੂੰ ਤਾਂ ਕੋਈ ਸ਼ਰਮ ਨਹੀਂ। ਇਹਦੇ ਵੱਲੋਂ ਮੈਂ ਮਾਫੀ ਚਾਹੁੰਦਾ। ਇਹੋ ਜੀ ਨਲਾਇਕ ਔਲਾਦ ਜੰਮਣ ਦੀ ਮੈਨੂੰ ਇੰਨੀ ਕੁ ਸਜ਼ਾ ਤਾਂ ਮਿਲਣੀ ਹੀ ਚਾਹੀਦੀ ਹੈ। ਪਾਪਾ, ਮਾਫੀ ਤੁਸੀਂ ਨਹੀਂ, ਮਾਫੀ ਮੈਂ ਮੰਗਦਾ। ਤੈਨੂੰ ਮਾਫੀ ਮੰਗਣ ਦੀ ਕੋਈ ਲੋੜ ਨਹੀਂ, ਦੂਰ ਹੋ ਜਾ ਮੇਰੀ ਨਜ਼ਰਾਂ ਤੋਂ। ਪਰ ਪਾਪਾ ਮੇਰੀ ਗੱਲ ਤਾਂ ਸੁਣੋ। ਮੈਂ ਕਿਹਾ ਤੇਰੀ ਮੈਂ ਕੋਈ ਗੱਲ ਨਹੀਂ ਸੁਣਨੀ। ਜਾਂ ਤਾਂ ਤੂੰ ਗਾਉਣਾ ਛੱਡ ਦੇ ਜਾਂ ਮੇਰਾ ਘਰ ਛੱਡ ਦੇ। ਅੱਜ ਸਾਰੀ ਪੰਚਾਇਤ ਅੱਗੇ ਮੈਂ ਆਪਣੇ ਪੁੱਤ ਅਮਨਦੀਪ ਦੀ ਕੀਤੀ ਗਲਤੀ ਤੇ ਮਾਫੀ ਮੰਗਦਾ।
ਤੁਹਾਨੂੰ ਕਿਸੇ ਗੱਲ ਦਾ ਪਤਾ ਚੱਲਿਆ? ਉਹ ਕੀ ਗੱਲ ਹੋ ਗਈ ਲਾਲਾ, ਇੰਨਾ ਦਮ ਚੜਾਇਆ, ਫਸ ਗਈ ਮੱਛੀ। ਉਹ ਹੋਣਾ ਕੀ ਹੈ, ਤੂੰ ਕਹਿੰਦਾ ਸੀ ਨਾ ਭਈ ਜੱਗੇ ਦਾ ਕਿਸੇ ਦੇ ਬਰਾਬਰ ਦੇ ਨਾਲ ਪੇਚਾ ਪੈ ਗਿਆ ਤਾਂ ਫੇਰ ਪਤਾ ਲੱਗੂ। ਉਹ ਲਾਲਾ ਕਿਹਦੇ ਨਾਲ ਸਿੰਘ ਫਸ ਗਏ? ਓਏ ਰਣਵੀਰ ਸਿੰਘ ਦੇ ਮੁੰਡੇ ਅਮਨ ਨਾਲ ਪੁਰਾਣੇ ਪੁਲਾਂ ਤੇ ਲੜਾਈ ਹੋਈ, ਡਾਂਗਾ ਤੇ ਗਡਾਸੀਆਂ ਚੱਲੀਆਂ। ਚੰਗਾ ਹੋਇਆ ਮੌਕੇ ਤੇ ਸਰਪੰਚ ਪਹੁੰਚ ਗਿਆ 5-7 ਬੰਦੇ ਲੈ ਕੇ, ਨਹੀਂ ਤਾਂ ਅਮਨ ਨੇ ਦੋਨਾਂ ਨੂੰ ਮਾਰ ਦੇਣਾ ਸੀ। ਓਏ ਚੰਗਾ ਹੋ ਗਿਆ, ਮੈਂ ਤਾਂ ਉਹਨਾਂ ਨੂੰ ਦੋਨਾਂ ਨੂੰ ਮਾਰ ਦੇਣਾ ਚਾਹੀਦਾ ਸੀਗਾ, ਪਿੰਡ ਚੋਂ ਗੰਦ ਨਿਕਲਦਾ। ਪਰ ਯਾਰ ਇੱਕ ਗੱਲ ਮਾੜੀ ਹੋਈ। ਕਿਹੜੀ ਗੱਲ ਮਾੜੀ ਹੋਈ? ਔਰ ਰਣਵੀਰ ਸਿੰਘ ਨੇ ਪੰਚਾਇਤ 'ਚ ਜੱਗੇ ਤੇ ਜੀਤੇ ਕੋਲੋਂ ਮਾਫੀ ਮੰਗੀ ਤੇ ਨਾਲੇ ਅਮਨ ਦੇ ਮੂੰਹ ਤੇ ਚਪੇੜ ਮਾਰੀ। ਜਵਾਨ ਪੌਦੇ ਨੂੰ ਲੱਪੜ ਨਹੀਂ ਮਾਰਨਾ ਚਾਹੀਦਾ ਸੀ, ਨੇ ਜਾਣੀਏ ਗੁੱਸੇ 'ਚ ਕੋਈ 19-21 ਹੋ ਜੇ ਬਈ। ਚੰਗਾ ਬਈ, ਮੇਰਾ ਤਾਂ ਚਿੱਤ ਹੌਲਾ ਹੋ ਗਿਆ ਤੁਹਾਨੂੰ ਗੱਲ ਦੱਸ ਕੇ, ਮੈਂ ਚੱਲਦਾ। ਇਹੜਾ ਇੱਥੇ ਆ ਚੱਲ ਆਇਆ ਤੈਨੂੰ ਘਰੇ ਬੁਲਾਇਆ। ਤਾਇਆ ਨਾ ਆਖਣੋਂ ਹਟੀ, ਚੰਗਾ ਮੈਂ ਤਾਂ ਜਾਨਾ, ਫਸ ਗਈ ਮੱਛੀ। ਚੱਲ ਓਏ। ਚਤਰ ਸਿਆਂ ਦਾ ਸਾਰੀ ਜ਼ਿੰਦਗੀ ਇੱਕ ਨੇ ਲੰਘ ਗਈ। उठो जी दुध पी लो। हेलो उठो ना।
ਛੱਡ ਗਿਆ ਵਿੱਚ ਕਾਰ ਨੀ ਮਾਂ ਮੈਂ ਉਜੜ ਗਈ ਨੀ ਮਾਂ ਮੈਂ ਉਜੜ ਗਈ ਨੀ ਮਾਂ ਮੈਂ ਉਜੜ ਗਈ। ਰੱਬ ਮੇਰੇ ਤੇ ਤਰਸ ਨਾ ਕੀਤਾ ਕਿਹੜੇ ਜਨਮ ਦਾ ਬਦਲਾ ਲਿੱਤਾ ਹਾਏ ਰੱਬ ਮੇਰੇ ਤੇ ਤਰਸ ਨਾ ਕੀਤਾ ਕਿਹੜੇ ਜਨਮ ਦਾ ਬਦਲਾ ਲਿੱਤਾ। ਮੇਰੀ ਗਈ ਹੈ ਕਿਸਮਤ ਹਾਰਨੀ ਮਾਂ ਮੈਂ ਉਜੜ ਗਈ ਮੇਰਾ ਉਜੜ ਗਿਆ ਸੰਸਾਰ ਨੀ ਮਾਂ ਮੈਂ ਉਜੜ ਗਈ ਮੈਨੂੰ ਛੱਡ ਗਿਆ ਅੱਤ ਵਿਚਕਾਰ ਨੀ ਮਾਂ ਮੈਂ ਉਜੜ ਗਈ ਨੀ ਮਾਂ ਮੈਂ ਉਜੜ ਗਈ ਨੀ ਮਾਂ ਮੈਂ ਉਜੜ ਗਈ ਬੇ ਰੱਬਾ ਤੂੰ ਉਦਾਸ ਕਿਉਂ ਹੈ? ਕੀ ਗੱਲ ਹੋ ਗਈ? ਮੈਨੂੰ ਮਾਫ ਕਰ ਦਿਓ ਗੁਰਦੀਪ। ਮਾਫੀ? ਮਾਫੀ ਕਿਸ ਗੱਲ ਦੀ? ਆਪਣੇ ਘਰ ਦਾ ਜੋ ਇਹ ਹਾਲ ਹੋਇਆ ਇਹ ਸਭ ਮੇਰੇ ਕਰਕੇ ਹੀ ਹੋਇਆ। ਜੇ ਮੈਂ ਇੰਨਾ ਕਲੇਸ਼ ਨਾ ਕਰਦੀ ਤਾਂ ਸ਼ਾਇਦ ਆਪਣੇ ਘਰ 'ਚ ਇਹ ਸਭ ਨਹੀਂ ਹੋਣਾ ਸੀ। ਚੁੱਪ ਕਰ, ਕਮਲੀ ਨਾ ਹੋਵੇ ਤਾਂ ਇਹ ਤੇਰੇ ਕਰਕੇ ਥੋੜ੍ਹਾ ਹੈ, ਇਹ ਤਾਂ ਕਿਸਮਤ ਦੀਆਂ ਖੇਡਾਂ ਨੇ। ਹਾਂ, ਸ਼ਾਇਦ ਤੁਸੀਂ ਠੀਕ ਕਹਿੰਦੇ ਹੋ, ਇਹ ਸਭ ਤਾਂ ਕਿਸਮਤ ਦੀਆਂ ਖੇਡਾਂ ਨੇ। ਜਿਸ ਗੋਲਡੀ ਨੂੰ ਮੈਂ ਇੰਨੀ ਨਫ਼ਰਤ ਕਰਦੀ ਸੀ, ਇੰਨਾ ਬੁਰਾ ਭਲਾ ਕਹਿੰਦੀ ਸੀ, ਜਿਹਨੂੰ ਦੇਖ ਕੇ ਹਮੇਸ਼ਾ ਮੈਨੂੰ ਗੁੱਸਾ ਆ ਜਾਂਦਾ ਸੀ, ਹੁਣ ਉਸ ਤੋਂ ਵੱਧ ਕੇ ਮੈਨੂੰ ਕੁਝ ਵੀ ਚੰਗਾ ਨਹੀਂ ਲੱਗਦਾ। ਹੁਣ ਮੈਂ ਇਹਨੂੰ ਇਹਦੀ ਮਾਂ ਬਣ ਕੇ ਪਾਲਾਂਗੀ। ਸੱਚੀ? ਸੱਚੀ। ਤੂੰ ਤਾਂ ਮੇਰੇ ਮਨ ਦਾ ਬੋਝ ਹਲਕਾ ਕਰਤਾ। ਅੱਜ ਤੋਂ ਅਸੀਂ ਇਹਦੇ ਮਾਂ-ਬਾਪ ਬਣ ਕੇ ਨੂੰ ਪਾਲਾਂਗੇ। ਫਿਰ ਕੀ ਕਹਿੰਦਾ ਤੇਰਾ ਅਖਬਾਰ ਬਈ? ਉਹ ਤਾਇਆ, ਹਾਂ ਅਖਬਾਰ ਨੇ ਕੀ ਕਹਿਣਾ? ਹਾਂ, ਉਹੀ ਧਾਰਮਿਕ ਤਕਰਾਰਾਂ, ਮਹਿੰਗਾਈ, ਰਾਜਨੀਤਿਕ ਪਾਰਟੀ, ਤੂੰ ਮੈਂ। ਗੱਲ ਤੇਰੀ ਸਹੀ ਆ ਸ਼ੇਰਾ। ਇਹਨਾਂ ਤਿੰਨਾਂ ਚੀਜ਼ਾਂ ਨੇ ਤਾਂ ਸਾਡੇ ਸਿਉਣੇ ਦੀ ਚਿੜੀ ਨੂੰ ਸਾਲਾ ਪਹਾੜੀ ਕਾਂ ਬਣਾਤਾ। ਜਿਹਦੇ ਕੋਲੇ 5 ਸਾਲ ਆ ਜਾਂਦੇ ਇੱਕ ਵਾਰਾਂ
ਪੰਡਤਾਂ ਦੇ ਡੋਲੂ ਤੇਰਾ ਖਜ਼ਾਨਾ ਮਾਂਜ ਕੇ ਰੱਖ ਦਿੰਦੇ। ਚਦਰ ਸਿਆ ਹਾਂ ਆ ਟੈਂਟ ਕਾਹਦੇ ਵਾਸਤੇ ਲੱਗਿਆ ਆਪਣੇ ਪਿੰਡ? ਨਾ ਨੰਬਰਦਾਰਾ ਤੈਨੂੰ ਨਹੀਂ ਪਤਾ। ਮੈਨੂੰ ਪਤਾ ਹੁੰਦਾ ਭਲਾ ਮੈਂ ਤੈਨੂੰ ਕਾਹਨੂੰ ਪੁੱਛਦਾ। ਓਏ ਉਹ ਕਹਿੰਦੇ ਰਣਵੀਰ ਦਾ ਪੁੱਤਰਾ ਆਇਆ ਬਾਹਰੋਂ 7-8 ਸਾਲਾਂ ਬਾਅਦ, ਉਹਦਾ ਅੱਜ ਪਿੰਡ 'ਚ ਖੜਾ ਲੱਗਣਾ। ਪਿੰਡ ਜਰਗੜੀ ਦੇ ਵਿੱਚ ਆਜ਼ਾਦੀ ਦੇ ਜਸ਼ਨਾਂ ਦੀ ਖੁਸ਼ੀ ਮਨਾਉਣ ਵਾਸਤੇ ਪਹੁੰਚੇ ਹੋਏ ਸਾਰੇ ਸਰੋਤਿਆਂ ਦਾ ਅਸੀਂ ਤਹਿ ਦਿਲੋਂ ਸਵਾਗਤ ਕਰਦੇ ਹਾਂ ਤੇ ਇਹ ਜਸ਼ਨਾਂ ਨੂੰ ਮਨਾਉਣ ਲਈ ਤੁਹਾਡੇ ਸਾਹਮਣੇ ਅਸੀਂ ਲੈ ਕੇ ਆ ਰਹੇ ਹਾਂ ਪੰਜਾਬ ਦੀ ਮਕਬੂਲ ਆਵਾਜ਼, ਤੁਹਾਡੇ ਦਿਲਾਂ ਦੀ ਧੜਕਣ, ਸੁਰਾਂ ਦੇ ਸਰਤਾਜ, ਸਾਡੇ ਸਾਰਿਆਂ ਦੇ ਹਰਮਨ ਪਿਆਰੇ ਗਾਇਕ ਮਿਸਟਰ ਗੋਲਡੀ ਗਿੱਲ। ਆਜ਼ਾਦੀ ਮੌਕੇ ਸਾਰੇ ਇਹੋ ਹੀ ਪੁਕਾਰਦੇ ਓ। ਘਰ ਘਰ ਦੇ ਵਿੱਚ ਇੱਕ ਭਗਤ ਸਿੰਘ ਵਰਗਾ ਪੁੱਤ ਖਿਲਾਰਦੇ ਓ। ਘਰ ਘਰ ਦੇ ਵਿੱਚ ਇੱਕ ਭਗਤ ਸਿੰਘ ਵਰਗਾ ਪੁੱਤ ਖਿਲਾਰਦੇ ਓ। ਪਾਰਲੀਮੈਂਟ ਤੇ ਹਮਲਾ ਕੀਤਾ, ਤਾਜ ਬਿਠਾਇਆ ਏ। ਉਹਨਾਂ ਨੂੰ ਇਹ ਦੱਸੋ ਕਿਹਦੇ ਨਾਲ ਮੱਥਾ ਲਾਇਆ ਏ। ਤੀਜਾ ਹਮਲਾ ਕਰਨ ਤੋਂ ਪਹਿਲਾਂ ਉਹਨੂੰ ਹੀ ਲਲਕਾਰਦੇ ਓ। ਘਰ ਘਰ ਦੇ ਵਿੱਚ ਇੱਕ ਭਗਤ ਸਿੰਘ ਵਰਗਾ ਪੁੱਤ ਖਿਲਾਰਦੇ ਓ। ਘਰ ਘਰ ਦੇ ਵਿੱਚ ਇੱਕ ਭਗਤ ਸਿੰਘ ਵਰਗਾ ਪੁੱਤ ਖਿਲਾਰਦੇ ਓ। ਕਸ਼ਮੀਰ ਨੂੰ ਪਾਕ ਹੈ ਮੰਗਦਾ, ਦੱਸੋ ਕਿੱਦਾਂ ਛੱਡੀਏ ਬਈ। ਚੀਨ ਵੀ ਹੱਦਾਂ ਟੱਪਦਾ, ਕੰਡਾ ਉਹਦਾ ਕੱਢੀਏ ਬਈ। ਨਾ ਪਾਈਆਂ ਨੇ ਅਸੀਂ ਚੂੜੀਆਂ, ਉਹਨਾਂ ਨੂੰ ਬੰਗਾਰਦੇ ਓ। ਘਰ ਘਰ ਦੇ ਵਿੱਚ ਇੱਕ ਭਗਤ ਸਿੰਘ ਵਰਗਾ ਪੁੱਤ ਖਿਲਾਰਦੇ ਓ। ਘਰ ਘਰ ਦੇ ਵਿੱਚ ਇੱਕ ਭਗਤ ਸਿੰਘ ਵਰਗਾ ਪੁੱਤ ਖਿਲਾਰਦੇ ਓ। ਰਿਸ਼ਵਤ ਖੋਰੀ ਠੱਗੀ ਚੋਰੀ ਜੜ ਤੋਂ ਵੱਡੀਏ ਬਈ। ਨੇਤਾ ਬਾਬੇ ਮਾੜੇ ਅੰਸਰ ਦੇਸ਼ ਚੋਂ ਕੱਢੀਏ ਬਈ। ਜਿਹੜਾ ਰਾਜ ਨਾ ਸੁਧਰੇ ਗੋਲੀ ਸਿਰ ਵਿੱਚ ਮਾਰ ਦਿਓ। ਘਰ ਘਰ ਦੇ ਵਿੱਚ ਇੱਕ ਭਗਤ ਸਿੰਘ ਵਰਗਾ ਪੁੱਤ ਖਿਲਾਰਦੇ ਓ। ਘਰ ਘਰ ਦੇ ਵਿੱਚ ਇੱਕ ਭਗਤ ਸਿੰਘ ਵਰਗਾ ਪੁੱਤ ਖਿਲਾਰਦੇ ਓ। ਘਰ ਘਰ ਦੇ ਵਿੱਚ ਇੱਕ ਭਗਤ ਸਿੰਘ ਵਰਗਾ ਪੁੱਤ ਖਿਲਾਰਦੇ ਓ। ਘਰ ਘਰ ਦੇ ਵਿੱਚ ਇੱਕ ਭਗਤ ਸਿੰਘ ਵਰਗਾ ਪੁੱਤ ਖਿਲਾਰਦੇ ਓ। ਬਹੁਤ ਬਹੁਤ ਸ਼ੁਕਰੀਆ ਜੀ। ਤੇ ਇਸ ਧਮਾਕੇਦਾਰ ਪਰਫਾਰਮੈਂਸ ਤੋਂ ਬਾਅਦ ਇੱਕ ਵਾਰ ਫੇਰ ਜ਼ੋਰ ਨਾਲ ਤਾੜੀਆਂ ਹੋ ਜਾਣ। ਬਹੁਤ ਬਹੁਤ ਸ਼ੁਕਰੀਆ। ਤੇ ਹੁਣ ਮੈਂ ਆਪ ਸਭ ਜੀ ਨੂੰ ਉਸ ਇਨਸਾਨ, ਉਸ ਸ਼ਖਸੀਅਤ ਨਾਲ ਮਨਾਉਣਾ ਚਾਹੁੰਦਾ ਜਿਨ੍ਹਾਂ ਨੇ ਸਾਡੇ ਸਾਰਿਆਂ ਦੇ ਹਰਮਨ ਪਿਆਰੇ ਗਾਇਕ, ਸਾਡੇ ਦਿਲਾਂ ਦੀ ਧੜਕਣ
ਮਿਸਟਰ ਗੋਲਡੀ ਗਿੱਲ ਨੂੰ ਇਸ ਮੁਕਾਮ ਤੱਕ ਪਹੁੰਚਾਇਆ। ਇਸ ਹੀਰੇ ਨੂੰ ਤਰਾਸ਼ਣ ਦੇ ਵਿੱਚ ਜਿਨ੍ਹਾਂ ਦਾ ਅਹਿਮ ਯੋਗਦਾਨ ਹੈ, ਮੈਂ ਤੁਹਾਡੇ ਸਾਹਮਣੇ ਰੂਬਰੂ ਕਰ ਰਿਹਾ ਉਸ ਮਹਾਨ ਇਨਸਾਨ ਨੂੰ, ਮੇਰੀ ਮੁਰਾਦ ਸਰਦਾਰ ਰਣਬੀਰ ਸਿੰਘ ਗਿੱਲ ਜੀ। ਤੇ ਹੁਣ ਮੈਂ ਇਸ ਮਹਾਨ ਇਨਸਾਨ ਨੂੰ ਬੇਨਤੀ ਕਰਾਂਗਾ ਕਿ ਉਹ ਵੀ ਆਪ ਸਭ ਜੀ ਨਾਲ ਦੋ ਸ਼ਬਦ ਸਾਂਝੇ ਕਰਨ। ਸਰਦਾਰ ਰਣਬੀਰ ਸਿੰਘ ਜੀ। ਅੱਜ ਆਜ਼ਾਦੀ ਦੇ ਸ਼ੁਭ ਮੌਕੇ ਤੇ ਮੈਂ ਸਾਰਿਆਂ ਨੂੰ ਜੈ ਹਿੰਦ ਆਖਦਾ ਹਾਂ ਤੇ ਆਪ ਸਾਰਿਆਂ ਦਾ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਮੇਰੇ ਪੋਤੇ ਨੂੰ ਇੰਨਾ ਪਿਆਰ ਤੇ ਮਾਣ ਬਖਸ਼ਿਆ। ਅੱਜ ਮੇਰਾ ਸੀਨਾ ਫਖਰ ਨਾਲ ਚੌੜਾ ਹੋ ਗਿਆ। ਮੇਰੇ ਪੋਤੇ ਦਾ ਨਾਂ ਸਾਰੀ ਦੁਨੀਆ ਵਿੱਚ ਪ੍ਰਸਿੱਧ ਹੈ। ਕਦੇ ਉਹ ਸਮਾਂ ਸੀ ਜਦੋਂ ਮੈਂ ਇਸ ਗਾਇਕੀ ਨੂੰ ਮਾੜਾ ਸਮਝਦਾ ਹੁੰਦਾ ਸੀ। ਮੈਨੂੰ ਸਿਰਫ ਆਪਣੀ ਸਰਦਾਰੀ ਦਿਸਦੀ ਹੁੰਦੀ ਸੀ, ਪਰ ਜਦੋਂ ਮੇਰਾ ਪੁੱਤ ਮੈਨੂੰ ਛੱਡ ਕੇ ਚਲਾ ਗਿਆ, ਫਿਰ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਕਿ ਸਾਨੂੰ ਆਪਣੇ ਹੰਕਾਰ ਪਿੱਛੇ ਆਪਣੇ ਬੱਚੇ ਦੀਆਂ ਖੁਆਇਸ਼ਾਂ ਨੂੰ ਦੱਬਣਾ ਨਹੀਂ ਚਾਹੀਦਾ। ਇਹ ਜ਼ਰੂਰੀ ਨਹੀਂ ਕਿ ਇੱਕ ਡਾਕਟਰ ਦਾ ਪੁੱਤ ਡਾਕਟਰ ਬਣੇ, ਇੱਕ ਵਕੀਲ ਦਾ ਪੁੱਤ ਵਕੀਲ ਬਣੇ, ਜਾਂ ਫਿਰ ਇੱਕ ਕਿਸਾਨ ਦਾ ਪੁੱਤ ਕਿਸਾਨ ਬਣੇ। ਤੁਹਾਡਾ ਬੱਚਾ ਜੋ ਕੁਝ ਬਣਨਾ ਚਾਹੇ ਉਹਨੂੰ ਬਣਨ ਦਿਓ। ਉਹਦੀਆਂ ਇੱਛਾਵਾਂ ਦਬਾਉਣ ਦੀ ਕਦੇ ਕੋਸ਼ਿਸ਼ ਨਾ ਕਰਿਓ। ਰੱਬ ਨੇ ਮੈਨੂੰ ਮੌਕਾ ਦਿੱਤਾ ਆਪਣੇ ਪੋਤੇ ਰਾਹੀਂ ਆਪਣੀ ਗਲਤੀ ਸੁਧਾਰਨ ਦਾ, ਪਰ ਹਰ ਇਨਸਾਨ ਨੂੰ ਇਹ ਮੌਕਾ ਨਹੀਂ ਮਿਲਦਾ ਹੁੰਦਾ। ਮੈਂ ਇੱਕ ਵਾਰੀ ਫੇਰ ਤੁਹਾਡਾ ਤਹਿ ਦਿਲੋਂ ਧੰਨਵਾਦੀ ਹਾਂ ਕਿ ਤੁਸੀਂ ਮੇਰੇ ਪੋਤੇ ਨੂੰ ਇੰਨਾ ਪਿਆਰ ਦੇ ਰਹੇ ਹੋ। ਜੈ ਹਿੰਦ।